ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗੁਮਾਨ ਨਾ ਮਨ ਤੇ ਹੁਟੈ। ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਇਸ ਦੇਹੀ ਕੋ ਬਹੁ ਸਾਧ ਨਾ ਕਰੈ, ਮਨ ਤੇ ਕਬਹੂ ਨਾ ਵਿਖਿਆ ਟਰੈ। ਜਲ ਧੋਵੈ ਬਹੁ ਦੇ ਅਨੀਤ, ਸ਼ੁੱਧ ਕਾਂ ਹੋਏ ਕਾਚੀ ਭੀਤ। ਮਨ ਹਰਿ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਤ ਬਹੁ ਮੂਚ। ਮਨ ਹਰਿ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਤ ਬਹੁ ਮੂਚ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰੂ ਦੀ ਅਪਾਰ ਕਿਰਪਾ ਹੋਈ ਹੈ। ਅਸੀਂ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰਦਿਆਂ ਹੋਇਆਂ, ਸੁਖਮਨੀ ਸਾਹਿਬ ਦੀ ਵਿਚਾਰ ਕਰਦਿਆਂ ਹੋਇਆਂ ਤੀਸਰੀ ਅਸ਼ਟਪਦੀ ਤੱਕ ਪਹੁੰਚੇ ਹਾਂ। ਤੇ ਅੱਜ ਸਾਡੇ ਕੋਲ ਤੀਸਰੀ ਅਸ਼ਟਪਦੀ ਦੀ ਤੀਸਰੀ ਪੌੜੀ ਮੌਜੂਦ ਹੈ, ਜਿਹਦੀ ਆਪਾਂ ਅੱਜ ਵਿਚਾਰ ਸਤਿਗੁਰੂ ਦੀ ਕਿਰਪਾ ਦੇ ਨਾਲ ਆਪ ਜੀ ਨਾਲ ਕਰਨੀ ਹੈ, ਸਾਂਝ ਪਾਉਣੀ ਹੈ। ਉਸ ਤੋਂ ਪਹਿਲਾਂ ਆਓ ਗੁਰੂ ਫਤਿਹ ਦੇ ਨਾਲ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਇਸ ਪਾਵਨ ਬਾਣੀ ਦੇ ਵਿੱਚ ਜਿੱਥੇ ਸਾਨੂੰ ਪਰਮਾਤਮਾ ਦਾ ਨਾਮ ਜਪਣ ਦੀ ਤਾਕੀਦ ਕਰਦੇ ਨੇ, ਇਹ ਸਮਝਾਉਂਦੇ ਨੇ ਕਿ ਰੱਬੀ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨ ਵਾਲਾ ਇਨਸਾਨ ਹੀ ਸਭ ਤੋਂ ਵੱਡਾ ਧਰਮੀ ਹੁੰਦਾ ਹੈ। ਕਿਉਂਕਿ ਸੁਖਮਨੀ ਸਾਹਿਬ ਦੇ ਹੀ ਆਪਣੇ ਬਚਨ ਨੇ ਕਿ ਸਭ ਤੋਂ ਵੱਡਾ ਧਰਮ ਪਰਮਾਤਮਾ ਨੂੰ ਯਾਦ ਰੱਖਣਾ ਤੇ ਚੰਗੇ ਕਰਮ ਕਰਨੇ ਹੈ। ਤੇ ਸੁਖਮਨੀ ਸਾਹਿਬ ਦੀ ਜਿਹੜੀ ਰਹਾਉ ਦੀ ਪੰਕਤੀ ਹੈ ਉਹ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸ਼ਰਾਮ। ਸਤਿਗੁਰੂ ਜੀ ਨੇ ਜਿੱਥੇ ਅਪਾਰ ਕਿਰਪਾ ਕੀਤੀ ਹੈ, ਸਾਨੂੰ ਨਾਮ ਦੀ ਡੈਫੀਨੇਸ਼ਨ ਦਿੱਤੀ ਹੈ, ਉੱਥੇ ਨਿਤ ਪ੍ਰਤੀ ਦਿਨ ਅਸੀਂ ਵਿਚਾਰ ਕਰ ਰਹੇ ਹਾਂ ਕਿ ਸਤਿਗੁਰੂ ਰੋਜ਼ਾਨਾ ਹੀ ਨਵੇਂ-ਨਵੇਂ ਪਰਦੇ ਖੋਲ੍ਹਦੇ ਨੇ, ਬਹੁਤ ਸਾਰੇ ਵਹਿਮਾਂ ਤੋਂ ਸਾਨੂੰ ਬਚਾਉਂਦੇ ਨੇ, ਕਰਮਕਾਂਡਾਂ ਤੋਂ ਆਜ਼ਾਦ ਕਰਦੇ ਨੇ ਤੇ ਸਾਡੀਆਂ ਜਿਹੜੀਆਂ ਜੰਜੀਰਾਂ ਪਈਆਂ ਹੋਈਆਂ ਨੇ ਉਹਨਾਂ ਤੋਂ ਆਜ਼ਾਦ ਕਰਕੇ ਸਾਨੂੰ ਸੱਚਾ ਮਾਰਗ ਜਿਹੜਾ ਉਹ ਦੱਸ ਰਹੇ ਨੇ। ਅੱਜ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜੀ ਕਿਰਪਾ ਕੀਤੀ ਇਸ ਪੌੜੀ ਦੇ ਵਿੱਚ, ਉਹ ਬਹੁਤ ਕਮਾਲ ਦੀ ਹੈ। ਹੋ ਸਕਦਾ ਕਈ ਸੱਜਣਾਂ ਨੂੰ ਇਹ ਗੱਲ ਚੰਗੀ ਨਾ ਲੱਗੇ, ਪਰ ਸੱਚ ਹੈ ਜੋ ਸਤਿਗੁਰੂ ਜੀ ਦੱਸਦੇ ਨੇ। ਆਓ ਵਿਚਾਰ ਕਰਦੇ ਹਾਂ ਆਪਾਂ। ਮਹਾਰਾਜ ਕਹਿੰਦੇ ਨੇ, ਮਨ ਕਾਮਨਾ ਤੀਰਥ ਦੇਹ ਛੁਟੈ। ਬਹੁਤ ਸਾਰੇ ਲੋਕ ਨੇ ਦੁਨੀਆ ਵਿੱਚ ਜਿਨ੍ਹਾਂ ਦੀ ਨਾ ਇੱਕ ਇੱਛਾ ਹੁੰਦੀ ਹੈ, ਮਨੋਕਾਮਨਾ ਹੁੰਦੀ ਹੈ ਕਿ ਅਸੀਂ ਜਦੋਂ ਮਰੀਏ ਨਾ ਕਿਸੇ ਧਾਰਮਿਕ ਸਥਾਨ ਦੇ ਉੱਤੇ ਜਾ ਕੇ ਮਰੀਏ। ਹੁਣ ਇੱਥੇ ਸਤਿਗੁਰੂ ਕਹਿੰਦੇ ਤੀਰਥ ਦੇਹ ਛੁਟੈ, ਕਿਸੇ ਤੀਰਥ ਅਸਥਾਨ ਦੇ ਉੱਤੇ ਸਾਡੀ ਦੇਹ ਛੁੱਟੇ, ਸਾਡੀ ਮੌਤ ਹੋਵੇ। ਮਨ ਕਾਮਨਾ, ਇਹ ਬਹੁਤ ਸਾਰੇ ਲੋਕਾਂ ਦੀ ਇੱਛਾ ਹੁੰਦੀ ਹੈ, ਮਨੋਕਾਮਨਾ ਹੁੰਦੀ ਹੈ। ਲੋਕੀ ਚਾਹੁੰਦੇ ਹੁੰਦੇ ਨੇ ਵੀ ਅਸੀਂ ਜਦੋਂ ਮਰੀਏ ਨਾ ਕਿਸੇ ਚੰਗੀ ਜਗ੍ਹਾ ਤੇ ਮਰੀਏ, ਕਿਸੇ ਧਾਰਮਿਕ ਸਥਾਨ ਤੇ ਮਰੀਏ, ਕਿਸੇ ਤੀਰਥ ਉੱਤੇ ਜਾ ਕੇ ਮਰੀਏ। ਫਿਰ ਉਹਦੇ ਨਾਲ ਕੀ ਹੁੰਦਾ? ਉਹਦੇ ਨਾਲ ਕੀ ਹੁੰਦਾ? ਜੇ ਸਾਡਾ ਜੀਵਨ ਹੀ ਪਵਿੱਤਰ ਨਹੀਂ ਹੈ, ਸਾਡੇ ਜੀਵਨ ਦੇ ਵਿੱਚ ਹੀ ਅਜੇ ਬਹੁਤ ਸਾਰੇ ਵਿਕਾਰ ਭਰੇ ਹੋਏ ਨੇ, ਤੇ ਤੀਰਥ ਉੱਤੇ ਜਾ ਕੇ ਮਰਨ ਦੇ ਨਾਲ ਕੀ ਹੋਏਗਾ? ਫਿਰ ਕੀ ਬਣੇਗਾ? ਬਾਬਾ ਕਬੀਰ ਸਾਹਿਬ ਦਾ ਇੱਕ ਬਚਨ ਹੈ ਬੜਾ ਪਿਆਰਾ, ਜੇ ਉਹ ਸਾਡੇ ਪੱਲੇ ਪੈ ਗਿਆ ਨਾ ਤੇ ਸਮਝ ਲਿਓ ਸਾਡਾ ਪਾਰ ਉਤਾਰ ਹੈ। ਹੁਣ ਜਿਸ ਤਰ੍ਹਾਂ ਦੀ ਗੱਲ ਇੱਥੇ ਧੰਨ ਗੁਰੂ ਅਰਜਨ ਸਾਹਿਬ ਜੀ ਕਰਦੇ ਨੇ ਕਿ ਦੁਨੀਆ ਵਿੱਚ ਬਹੁਤ ਸਾਰੇ ਐਸੇ ਲੋਕ ਹੁੰਦੇ ਹੈ ਜਿਨ੍ਹਾਂ ਦੇ ਅੰਦਰ ਇੱਕ ਆਸ ਹੁੰਦੀ ਹੈ ਕਿ ਜੇ ਅਸੀਂ ਕਿਸੇ ਧਾਰਮਿਕ ਜਗ੍ਹਾ ਤੇ ਜਾ ਕੇ ਮਰਾਂਗੇ ਨਾ ਤੇ ਸਾਡਾ ਕਿਤੇ ਭਲਾ ਹੋ ਜਾਏਗਾ। ਵੀ ਧਾਰਮਿਕ ਜਗ੍ਹਾ ਭਾਵ ਤੀਰਥ ਸਥਾਨ ਪੁਰਾਣੀ ਗੱਲ ਹੈ। ਤੇ ਜੇ ਅੱਜ ਦੀ ਆਪਾਂ ਗੱਲ ਕਰੀਏ ਵੀ ਕੋਈ ਸਿੱਖ ਆਖੇ ਵੀ ਮੈਂ ਜੇਕਰ ਮੇਰੀ ਮੌਤ ਦਰਬਾਰ ਸਾਹਿਬ ਵਿੱਚ ਜਾ ਕੇ ਹੋਵੇ, ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਹੋਵੇ, ਤੇ ਪਤਾ ਨਹੀਂ ਮੇਰਾ ਕੀ ਭਲਾ ਹੋ ਜਾਣਾ, ਵੀ ਮੈਂ ਤਾਂ ਤਰ ਜਾਣਾ ਜੀ, ਰੱਬ ਕੋਲ ਪਹੁੰਚ ਜਾਣਾ। ਅਸਲ ਦੇ ਵਿੱਚ ਇਦਾਂ ਦੀ ਗੱਲ ਕੋਈ ਨਹੀਂ। ਹੁਣ ਪਹਿਲੀ ਪੰਕਤੀ ਦੇ ਨਾਲ ਜਿਹੜੀ ਦੂਸਰੀ ਪੰਕਤੀ ਹੈ ਉਹਦੇ 'ਚ ਸਤਿਗੁਰੂ ਕਹਿੰਦੇ ਨੇ ਮੇਨ ਗੱਲ, ਗਰਭ ਗੁਮਾਨ ਨਾ ਮਨ ਤੇ ਹੁਟੈ, ਕਿ ਜੇਕਰ ਹਉਮੈ ਹੰਕਾਰ ਨਹੀਂ ਮਨ ਵਿੱਚੋਂ ਹਟਿਆ, ਮਨ ਵਿੱਚੋਂ ਹਉਮੈ ਨਹੀਂ ਗਈ, ਹੰਕਾਰ ਨਹੀਂ ਗਿਆ, ਤੇ ਕੋਈ ਇਨਸਾਨ ਭਾਵੇਂ ਗੰਗਾ ਦੇ ਕੰਢੇ ਤੇ ਮਰੇ, ਕੋਈ ਇਨਸਾਨ ਭਾਵੇਂ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਉਹਦੀ ਮੌਤ ਹੋ ਜਾਏ, ਕੋਈ ਇਨਸਾਨ ਭਾਵੇਂ ਮੱਕੇ 'ਚ ਜਾ ਕੇ ਮਰ ਜਾਏ, ਕੋਈ ਇਨਸਾਨ ਭਾਵੇਂ ਵੱਡੇ ਤੋਂ ਵੱਡੇ ਧਾਰਮਿਕ ਸਥਾਨ ਤੇ ਜਾ ਕੇ ਉਹਦੀ ਮੌਤ ਹੋ ਜਾਏ, ਐਦਾਂ ਰੱਬ ਨਹੀਂ ਖੁਸ਼ ਹੋਣ ਲੱਗਾ। ਮੇਨ ਜਿਹੜੀ ਗੱਲ ਹੈ, ਹੁਣ ਬਾਬਾ ਕਬੀਰ ਸਾਹਿਬ ਦਾ ਇੱਕ ਬਚਨ ਮੈਂ ਸਾਂਝਾ ਤੁਹਾਡੇ ਨਾਲ ਕਰਦਾ, ਜੇ ਪੱਲੇ ਪੈ ਗਿਆ ਨਾ ਤੇ ਸਮਝ ਲਿਓ ਸਾਡਾ ਪਾਰ ਉਤਾਰਾ।
ਹੁਣ ਬਾਬਾ ਕਬੀਰ ਸਾਹਿਬ ਨੇ ਉਹਦੇ ਵਿੱਚ ਕੀ ਆਖਿਆ, ਕਹਿੰਦੇ ਅੰਤਰ ਮੈਲ ਜੇ ਤੀਰਥ ਨਹਾਵੈ ਤਿਸ ਬੈ ਕੁੰਠ ਨਾ ਜਾਣਾ। ਕਹਿੰਦੇ ਹੋਵੇ ਬੰਦੇ ਦੇ ਅੰਦਰ ਮੈਲ, ਅੰਤਰ ਮੈਲ ਜੇ ਤੀਰਥ ਨਹਾਵੈ, ਤੇ ਬੰਦਾ ਨਹਾਉਂਦਾ ਫਿਰੇ ਜਾ ਕੇ ਤੀਰਥ ਸਥਾਨਾਂ ਤੇ, ਤਿਸ ਬੈ ਕੁੰਠ ਨਾ ਜਾਣਾ, ਪਰ ਉਹ ਇਨਸਾਨ ਸਵਰਗ ਵਿੱਚ ਨਹੀਂ ਪਹੁੰਚਣ ਲੱਗਾ। ਕੌਣ ਭਲਾ? ਜਿਹਦੇ ਅੰਦਰ ਮੈਲ ਹੈ, ਮੈਲ ਨਾਲ ਜਿਹਦਾ ਅੰਦਰ ਭਰਿਆ ਪਿਆ, ਤਿਸ ਬੈ ਕੁੰਠ ਨਾ ਜਾਣਾ, ਉਹ ਨਹੀਂ ਸਵਰਗ ਵਿੱਚ ਪਹੁੰਚਣ ਲੱਗਾ। ਲੋਕ ਪਤੀਨੇ ਕਛੂ ਨਾ ਹੋਵੇ ਨਾ ਹੀ ਰਾਮੇ ਆਨਾ। ਕਹਿੰਦੇ ਭਾਈ ਦੁਨੀਆ ਨੂੰ ਖੁਸ਼ ਕਰਕੇ ਤੁਸੀਂ ਰੱਬ ਨੂੰ ਖੁਸ਼ ਨਹੀਂ ਕਰ ਲਓਗੇ। ਰੱਬ ਨਿਆਣਾ ਨਹੀਂ ਹੈ ਜਿਹਨੂੰ ਖੁਸ਼ ਕਰ ਲਓਗੇ। ਆਪ ਪਖੰਡ ਕਰਕੇ ਲੋਕਾਂ ਨੂੰ ਖੁਸ਼ ਕੀਤਾ ਜਾ ਸਕਦਾ ਵੀ ਬੰਦਾ ਬੜਾ ਵੱਡਾ ਧਰਮੀ ਹੈ ਜੀ, ਬਹੁਤ ਵੱਡਾ ਧਰਮੀ ਹੈ, ਚੰਗੇ ਕੱਪੜੇ ਪਾਉਣ ਨਾਲ, ਧਾਰਮਿਕ ਬਾਣਾ ਪਾਉਣ ਨਾਲ ਕੋਈ ਧਾਰਮਿਕ ਹੁੰਦਾ ਹੈ? ਜਾਂ ਕਿਸੇ ਧਾਰਮਿਕ ਸਥਾਨ ਤੇ ਮਰਨ ਨਾਲ ਕੋਈ ਬੰਦਾ ਧਾਰਮਿਕ ਹੋ ਜਾਂਦਾ ਹੈ? ਐਦਾਂ ਨਹੀਂ ਹੁੰਦਾ। ਗੱਲ ਉਦੋਂ ਬਣਦੀ ਹੈ ਜਦੋਂ ਤੁਸੀਂ ਆਪਣੇ ਜੀਵਨ ਦੇ ਵਿੱਚੋਂ ਵਿਕਾਰਾਂ ਦੀ ਮੈਲ ਦੂਰ ਕਰਦੇ ਹੋ। ਫਿਰ ਤਾਂ ਜਿੱਥੇ ਮਰਜ਼ੀ ਜਾ ਕੇ ਮੌਤ ਹੋ ਜਾਏ, ਇਹਦੇ ਨਾਲ ਕੋਈ ਫਰਕ ਨਹੀਂ 'ਚ ਪੈਂਦਾ। ਇਹ ਗੁਰਬਾਣੀ ਦਾ ਫੈਸਲਾ ਹੈ। ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਕਹਿੰਦੇ ਜੇ ਪੂਜਣਾ ਤੇ ਇੱਕ ਰੱਬ ਨੂੰ ਪੂਜਿਓ, ਤੇ ਸੱਚਾ ਨਹਾਉਣਾ ਕੀ ਹੈ? ਗੁਰੂ ਦਾ ਨਾਮ ਜਪਣਾ, ਗੁਰੂ ਦੇ ਮੁਤਾਬਕ ਤੁਰਨਾ, ਗੁਰੂ ਜੋ ਕਹਿੰਦਾ ਹੈ ਉਹਨੂੰ ਫੋਲੋ ਕਰਨਾ ਸਭ ਤੋਂ ਵੱਡਾ ਤੀਰਥ ਸਥਾਨ ਹੈ। ਜਲ ਕੈ ਮੱਜਣ ਜੇਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ। ਜੇਕਰ ਕਿਸੇ ਧਾਰਮਿਕ ਸਥਾਨ ਦੇ ਵਿੱਚ ਨਹਾਉਣ ਨਾਲ, ਜੇਕਰ ਕਿਸੇ ਤੀਰਥ ਵਿੱਚ ਨਹਾਉਣ ਨਾਲ ਮੁਕਤੀ ਹੁੰਦੀ ਹੋਵੇ, ਤੇ ਡੱਡੂ ਤਾਂ ਰਹਿੰਦਾ ਹੀ ਪਾਣੀ ਦੇ ਵਿੱਚ ਹੈ, ਤੀਰਥ ਸਥਾਨਾਂ ਵਿੱਚ ਵੀ ਰਹਿੰਦਾ ਹੈ, ਉਹ ਕਿਉਂ ਨਹੀਂ ਅਜੇ ਤੱਕ ਬ੍ਰਹਮ ਗਿਆਨੀ ਬਣ ਗਿਆ? ਜੈਸੇ ਮੈਂਡਕੋ ਤੈਸੇ ਓਏ ਨਰ, ਫਿਰ ਜੋਨੀ ਆਵੇਂ। ਕਹਿੰਦੇ ਭਟਕਣਾ ਨਹੀਂ ਖਤਮ ਹੋਣ ਲੱਗੀ। ਬੰਦਾ ਡੱਡੂ ਤੋਂ ਉੱਤੇ ਨਹੀਂ ਟੱਪਿਆ, ਡੱਡੂ ਹਮੇਸ਼ਾ ਪਾਣੀ 'ਚ ਹੀ ਰਹਿੰਦਾ ਹੈ। ਜੇ ਉਹ ਨਹੀਂ ਤਰਿਆ ਤੂੰ ਤਰ ਜਾਏਂਗਾ। ਵਹਿਮਾਂ ਨੂੰ ਦੂਰ ਕਰੋ। ਐਦਾਂ ਨਹੀਂ ਗੱਲ ਬਣਦੀ। ਗੱਲ ਉਦੋਂ ਬਣਦੀ ਹੈ ਜਦੋਂ ਤੁਹਾਡੇ ਅੰਦਰ ਲਗਨ ਲੱਗਦੀ ਹੈ। ਗੁਰਬਾਣੀ ਦੀ ਅੱਗੇ ਕਹਿੰਦੇ ਨੇ, ਮਨੋ ਕਠੋਰ ਮਰੈ ਬਨਾਰਸ ਨਰਕ ਨਾ ਬਾਂਚਿਆ ਜਾਏ। ਹੁਣ ਜੇਕਰ ਕੋਈ ਇਨਸਾਨ ਮੰਨਦਾ ਹੋਵੇ ਕਠੋਰ, ਭਾਵ ਮੰਨਦਾ ਹੋਵੇ ਮਾੜਾ, ਨਾ ਉਹਨੇ ਪੂਰੀ ਜ਼ਿੰਦਗੀ ਸੱਚ ਬੋਲਿਆ ਹੋਵੇ, ਨਾ ਪੂਰੀ ਜ਼ਿੰਦਗੀ ਰੱਬ ਦੇ ਰਸਤੇ ਉੱਤੇ ਤੁਰਿਆ ਹੋਵੇ, ਨਾ ਪੂਰੀ ਜ਼ਿੰਦਗੀ ਚੰਗਾ ਕੋਈ ਕੰਮ ਕੀਤਾ ਹੋਵੇ, ਨਾ ਚੰਗੇ ਕੰਮ ਕਰਨ ਵਾਲਿਆਂ ਨਾਲ ਤੁਰਿਆ ਹੋਵੇ, ਹਮੇਸ਼ਾ ਸੱਚ ਦਾ ਕੀਤਾ ਹੋਵੇ ਵਿਰੋਧ, ਹਮੇਸ਼ਾ ਲੋਕਾਂ ਦਾ ਬੁਰਾ ਕੀਤਾ ਹੋਵੇ, ਠੱਗੀਆਂ ਮਾਰੀਆਂ ਹੋਣ, ਨਰਕ ਵਾਲਾ ਜੀਵਨ ਬਤੀਤ ਕੀਤਾ ਹੋਵੇ, ਵੱਡੇ ਵੱਡੇ ਕੁਕਰਮ ਕੀਤੇ ਹੋਣ, ਰੱਜ ਕੇ ਨਸ਼ਈ ਹੋਵੇ, ਤੇ ਜੇ ਉਹ ਬੰਦਾ ਬਨਾਰਸ ਵਿੱਚ ਮਰ ਜਾਏ। ਹੁਣ ਪਾਂਡਿਆਂ ਨੇ ਕੀ ਵਹਿਮ ਫੈਲਾਇਆ ਸੀ ਕਿ ਜਿਹੜਾ ਬੰਦਾ ਬਨਾਰਸ ਦੀ ਧਰਤੀ ਤੇ ਮਰਦਾ ਹੈ ਨਾ, ਉਹ ਇਨਸਾਨ ਸਵਰਗਾਂ 'ਚ ਜਾਂਦਾ ਹੈ, ਭਾਵੇਂ ਜਿੱਦਾਂ ਦਾ ਮਰਜ਼ੀ ਹੋਵੇ। ਲੇਕਿਨ ਗੁਰਬਾਣੀ ਦਾ ਕੀ ਫੈਸਲਾ? ਮਨੋ ਕਠੋਰ, ਮਨ ਦਾ ਮਾੜਾ ਬੰਦਾ ਮਰੈ ਬਨਾਰਸ। ਜੇ ਬਨਾਰਸ ਕਾਂਸ਼ੀ, ਬਨਾਰਸ ਭਾਵ ਕਾਂਸ਼ੀ, ਜਿਹਨੂੰ ਸ਼ਿਵ ਦਾ ਵਰਦਾਨ ਪ੍ਰਾਪਤ ਹੈ, ਜਿਹਨੂੰ ਪਵਿੱਤਰ ਨਗਰੀ ਆਖਿਆ ਜਾਂਦਾ ਹੈ, ਮਨੋ ਕਠੋਰ ਮਰੈ ਬਨਾਰਸ ਨਰਕ ਨਾ ਬਾਂਚਿਆ ਜਾਈ। ਐਦਾਂ ਨਰਕਾਂ ਤੋਂ ਨਹੀਂ ਬਚਦਾ, ਉਹ ਪਏਗਾ। ਭਾਵ ਕੀ ਹੈ ਕਿ ਉਹਦੀ ਜ਼ਿੰਦਗੀ ਸਫਲ ਨਹੀਂ ਹੋਏਗੀ। ਤੇ ਤੁਸੀਂ ਕਹਿੰਦੇ ਹੋ ਵੀ ਉਹ ਸਵਰਗਾਂ 'ਚ ਜਾਏਗਾ। ਕਬੀਰ ਸਾਹਿਬ ਕਹਿੰਦੇ ਨਰਕਾਂ 'ਚ ਹੀ ਜਾ ਕੇ ਮਰੇਗਾ ਜੇ ਉਹਦਾ ਮਨ ਪਾਕ ਪਵਿੱਤਰ ਨਹੀਂ, ਮਨ ਦਾ ਚੰਗਾ ਨਹੀਂ, ਪੂਰੀ ਜ਼ਿੰਦਗੀ ਕੋਈ ਚੰਗੇ ਕੰਮ ਨਹੀਂ ਕੀਤੇ ਤਾਂ। ਜੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਵੀ ਜਾ ਕੇ ਮਰ ਗਿਆ ਨਾ, ਜੇ ਉਹ ਚੰਗੇ ਕੰਮ ਨਹੀਂ ਕੀਤੇ ਤਾਂ ਗੁਰੂ ਰਾਮਦਾਸ ਪ੍ਰਵਾਨ ਨਹੀਂ ਕਰਨ ਲੱਗੇ। ਮਨੋ ਕਠੋਰ ਮਰੈ ਬਨਾਰਸ ਨਰਕ ਨਾ ਬਾਂਚਿਆ ਜਾਈ, ਹਰ ਕਾ ਸੰਤ ਮਰੈ ਹੜੰਬੈ ਤਾਂ ਸਗਲੀ ਸੈਨ ਤਰਾਈ। ਕਹੇ ਹੜੰਬੈ ਜਿਹਨੂੰ ਕਹਿੰਦੇ ਸਰਾਪ ਪ੍ਰਾਪਤ ਹੈ, ਜਿਹੜਾ ਉੱਥੇ ਜਾ ਕੇ ਮਰਦਾ, ਕਿਸੇ ਜਾਨਵਰ ਦੀ ਜੂਨ ਪੈਂਦਾ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਰੱਬ ਦਾ ਪਿਆਰਾ ਹੋਵੇ, ਅੰਦਰੋਂ ਬਾਹਰੋਂ ਰੱਬ ਨਾਲ ਅਭੇਦ ਹੋਵੇ, ਰੱਬ ਨਾਲ ਸੁਰਤ ਜੁੜੀ ਹੋਵੇ, ਬਸ ਆਹ ਗੱਲ ਹੈ। ਜੇ ਉਹ ਸਰਾਪੀ ਹੋਈ ਉਸ ਨਗਰੀ ਵਿੱਚ, ਹੜੰਬੈ ਵਿੱਚ ਵੀ ਜਾ ਕੇ ਉਹ ਮਰੇਗਾ ਨਾ, ਮੌਤ ਹੋਏਗੀ ਉਹਦੀ, ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਉਹ ਆਪ ਵੀ ਤਰ ਜਾਏਗਾ, ਪਤਾ ਨਹੀਂ ਕਿੰਨਿਆਂ ਲੋਕਾਂ ਨੂੰ ਹੋਰ ਤਰ ਦੇਗਾ। ਜਗ੍ਹਾ ਦੀ ਗੱਲ ਨਹੀਂ ਕਰਦੀ ਗੁਰਬਾਣੀ, ਅਸਥਾਨ ਦੀ ਗੱਲ ਨਹੀਂ ਕਰਦੀ ਗੁਰਬਾਣੀ। ਗੁਰਬਾਣੀ ਗੱਲ ਕੀ ਕਰਦੀ ਹੈ? ਬੰਦੇ ਦੇ ਆਪਣੇ ਜੀਵਨ ਦੀ। ਭਲਿਓ ਜੇ ਜੀਵਨ ਹੀ ਨੀਵਾਂ, ਜੀਵਨ ਵਿੱਚ ਪਵਿੱਤਰਤਾ ਨਹੀਂ ਆਈ, ਜੀਵਨ ਉੱਚਾ ਸੁੱਚਾ ਨਹੀਂ ਹੈ, ਤੇ ਭਾਵੇਂ ਜਿੰਨੇ ਮਰਜ਼ੀ ਵੱਡੇ ਧਾਰਮਿਕ ਸਥਾਨ ਤੇ ਜਾ ਕੇ ਬੰਦਾ ਮਰ ਜਾਏ, ਇਹ ਗੱਲ ਪੱਲੇ ਬੰਨ੍ਹ ਲਿਓ, ਉਹਦੀ ਮੁਕਤੀ ਨਹੀਂ ਹੋਣ ਲੱਗੀ। ਅਖੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਬੰਦਾ ਮਰ ਗਿਆ ਜੀ, ਉਹਦੀ ਮੌਤ ਹੋ ਗਈ। ਕੀਰਤਨ ਸੁਣ ਰਿਹਾ ਸੀ, ਮੌਤ ਹੋ ਗਈ, ਉਹ ਤਾਂ ਸਿੱਧਾ ਹੀ ਸਵਰਗਾਂ ਨੂੰ ਹੈ ਜੀ। ਕੀਰਤਨ ਕਰਦਿਆਂ ਕਰਦਿਆਂ ਕਿਸੇ ਦੀ ਮੌਤ ਹੋ ਗਈ, ਉਹ ਤਾਂ ਸਿੱਧਾ ਹੀ ਸਵਰਗਾਂ ਨੂੰ ਜੀ, ਰੱਬ ਦੇ ਘਰ 'ਚ ਪ੍ਰਵਾਨ। ਇਹ ਗੱਲ ਨਹੀਂ ਹੈਗੀ। ਗੱਲ ਹੈ ਜੀਵਨ ਦੀ ਪਵਿੱਤਰਤਾ ਦੀ। ਜੇ ਪਵਿੱਤਰਤਾ ਹੈ ਜੀਵਨ 'ਚ ਫਿਰ ਗੱਲ ਬਣਨੀ ਹੈ, ਨਹੀਂ ਤਾਂ ਜਿੱਥੇ ਮਰਜ਼ੀ ਜਾ ਕੇ ਮਰ ਜਾਓ,
ਡਿਪੈਂਡ ਕਰਦਾ ਹੈ ਤੁਸੀਂ ਆਪਣਾ ਜੀਵਨ ਕਿੱਦਾਂ ਦਾ ਬਣਾਇਆ। ਗੁਰੂ ਅਰਜਨ ਸਾਹਿਬ ਨੇ ਹੁਣ ਆਹ ਵਹਿਮ ਸਾਡਾ ਅੱਜ ਦੂਰ ਕੀਤਾ ਹੈ ਵੀ ਮਤਾ ਸਮਝ ਜਾਇਓ ਇਹ ਗੱਲ ਨੂੰ ਕਿ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਮਰਨ ਨਾਲ ਬੰਦੇ ਨੂੰ ਮੁਕਤੀ ਮਿਲਦੀ ਹੈ, ਰੱਬ ਮਿਲ ਜਾਂਦਾ ਹੈ ਖੋਰੇ। ਪਹਿਲਾਂ ਤਾਂ ਮਰਨ ਤੋਂ ਬਾਅਦ ਰੱਬ ਨੂੰ ਮਿਲਣ ਵਾਲੀ ਗੱਲ ਗੁਰਬਾਣੀ ਨਹੀਂ ਮੰਨਦੀ, ਮਰਨ ਤੋਂ ਬਾਅਦ ਮੁਕਤੀ ਦੀ ਗੱਲ ਨੂੰ ਗੁਰਬਾਣੀ ਨਹੀਂ ਮੰਨਦੀ। ਇਹ ਵੀ ਪੱਲੇ ਬੰਨ੍ਹ ਲਿਓ। ਸਤਿਗੁਰੂ ਕਹਿੰਦੇ ਨੇ ਜੇ ਜਿਉਂਦਿਆਂ ਜੀ ਹਉਮੈ ਹੰਕਾਰ ਤੋਂ ਤੇਰਾ ਖਹਿੜਾ ਨਹੀਂ ਛੁੱਟਿਆ ਤੇ ਜਿੰਨੇ ਮਰਜੀ ਵੱਡੇ ਧਾਰਮਿਕ ਸਥਾਨ ਤੇ ਜਾ ਕੇ ਮਰ, ਤੈਨੂੰ ਰੱਬ ਨਹੀਂ ਮਿਲਣ ਲੱਗਾ, ਰੱਬ ਨਹੀਂ ਖੁਸ਼ ਹੁੰਦਾ। ਹਾਂ, ਤੇਰੇ ਮਰਨ ਤੋਂ ਬਾਅਦ ਲੋਕ ਭਾਵੇਂ ਤੈਨੂੰ ਬ੍ਰਹਮ ਗਿਆਨੀ ਬਣਾ ਦੇਣ, ਪਰ ਐਦਾਂ ਪ੍ਰਮਾਤਮਾ ਨਹੀਂ ਮਿਲਦਾ। ਯਾਦ ਰੱਖਿਓ, ਜੇ ਜਿਉਂਦਿਆਂ ਜੀ ਉਹਦੇ ਨਿਯਮਾਂ ਨੂੰ ਫੋਲੋ ਨਹੀਂ ਕੀਤਾ, ਸੱਚੇ ਮਾਰਗ ਉੱਤੇ ਨਹੀਂ ਤੁਰੇ, ਜਿਉਂਦਿਆਂ ਜੀ ਸਿੱਖ ਨਹੀਂ ਬਣ ਪਾਏ, ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨੂੰ ਨਹੀਂ ਮੰਨਿਆ, ਬਾਅਦ ਵਿੱਚ ਕਿੰਨੇ ਵੇਖਿਆ। ਹੁਣ ਸੋਚਣਾ ਅਸੀਂ ਹੈ ਕਿ ਸੁਖਮਨੀ ਸਾਹਿਬ ਪੜ੍ਹਦੇ ਹਾਂ ਆਪਾਂ ਰੋਜ਼ਾਨਾ, ਤੇ ਕੀ ਆਪਾਂ ਪਹਿਰਾ ਦੇਣੇ ਇਹਨਾਂ ਗੱਲਾਂ ਉੱਤੇ। ਅਗਲੀ ਗੱਲ, ਸੋਚ ਕਰੇ ਦਿਨ ਅਰ ਰਾਤ। ਜੇਕਰ ਕੋਈ ਇਨਸਾਨ ਰਾਤ ਦਿਨ ਧਾਰਮਿਕ ਅਸਥਾਨਾਂ ਦੇ ਤੀਰਥਾਂ ਦਾ ਇਸ਼ਨਾਨ ਕਰਦਾ ਰਵੇ ਤੇ ਇਹ ਸੋਚੇ ਵੀ ਮੈਂ ਆਪਣੇ ਸਰੀਰ ਨੂੰ ਪਵਿੱਤਰ ਕਰ ਰਿਹਾ, ਤੇ ਗੁਰੂ ਅਰਜਨ ਸਾਹਿਬ ਕੀ ਕਹਿੰਦੇ ਨੇ, ਮਨ ਕੀ ਮੈਲ ਨਾ ਤਨ ਤੇ ਜਾਤ। ਮਨ ਗੰਦਾ ਹੈ ਨਾ ਜੇਕਰ, ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮਨ ਦੀ ਮੈਲ ਤਨ ਨੂੰ ਨਵਾਇਆ ਨਹੀਂ ਜਾਂਦੀ। ਤਨ ਨਵਾਓਗੇ ਤਨ ਸਾਫ਼ ਹੋਏਗਾ, ਮਨ ਨਵਾਓਗੇ ਤੇ ਮਨ ਸਾਫ਼ ਹੋਣਾ ਹੈ। ਹੁਣ ਮਨ ਕਿੱਦਾਂ ਸਾਫ਼ ਹੋਏਗਾ ਭਾਈ? ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਐਦਾਂ ਸਾਫ਼ ਹੋਣਾ। ਜਦੋਂ ਅਸੀਂ ਗੁਰੂ ਦੇ ਬਚਨਾਂ ਨੂੰ ਪੱਲੇ ਬੰਨਾਂਗੇ, ਰਗੜ ਰਗੜ ਕੇ ਮਨ ਨੂੰ ਧੋਵਾਂਗੇ, ਗੁਰਬਾਣੀ ਦੇ ਦੁਆਰਾ ਮਨ ਸਾਫ਼ ਹੁੰਦਾ ਹੈ। ਤੀਰਥਾਂ ਤੇ ਸਰੋਵਰਾਂ ਤੇ ਬੌਲੀਆਂ 'ਚ ਖੂਹਾਂ 'ਚ ਨਹਾਉਣ ਨਾਲ ਕੇਵਲ ਤਨ ਦੀ ਸਫਾਈ ਹੁੰਦੀ ਭਲਿਓ। ਇਹਦੇ ਨਾਲ ਕੇਵਲ ਤਨ ਸਾਫ਼ ਹੁੰਦਾ ਹੈ, ਮਨ ਸਾਫ਼ ਹੋਣ ਦੀ ਗਰੰਟੀ ਨਹੀਂ ਹੈ। ਬਾਕੀ ਵਹਿਮ ਜਿੰਨੇ ਮਰਜ਼ੀ ਤੁਸੀਂ ਪਾਲ ਲਓ, ਉਹ ਤੁਹਾਡੇ ਉੱਤੇ ਡਿਪੈਂਡ ਹੈ। ਵਹਿਮਾਂ ਦੇ ਨਾਲ ਕੋਈ ਤੁਹਾਡਾ ਪਾਰ ਉਤਾਰਾ ਨਹੀਂ ਹੋ ਲੱਗਾ, ਕੋਈ ਕਰਾਮਾਤ ਨਹੀਂ ਵਰਤਣ ਲੱਗੀ। ਇਸ ਦੇਹੀ ਕੋ ਬਹੁ ਸਾਧਨਾ ਕਰੇ। ਕੋਈ ਬੰਦਾ ਆਪਣੇ ਸਰੀਰ ਨੂੰ ਸਾਧਨ ਦੇ ਲਈ ਕਈ ਤਰ੍ਹਾਂ ਦੇ ਯਤਨ ਕਰੇ। ਹੁਣ ਸਰੀਰ ਨੂੰ ਸਾਧੀ ਜਾਂਦੇ ਆਪਾਂ, ਮਨ ਵੱਲ ਕਿਹਦਾ ਧਿਆਨ ਹੈ? ਮੈਂ ਕਦੇ ਪਹਿਲਾਂ ਵੀ ਇੱਕ ਬੇਨਤੀ ਕੀਤੀ ਸੀ ਨਾ, ਚੋਰੀ ਕਿਹਨੇ ਕਰਵਾਈ? ਮਨ ਨੇ। ਮਾੜੇ ਕੰਮ ਕਿਹਨੇ ਕਰਾਏ? ਮਨ ਨੇ। ਪੁੱਠੇ ਕੰਮ ਕਿਹਨੇ ਕਰਵਾਏ? ਬੋਲੋ ਜੀ, ਮਨ ਨੇ। ਪਰ ਤਨ ਨੂੰ ਦੁੱਖ ਦਿੱਤੇ ਨੇ, ਤਨ ਨੂੰ ਪ੍ਰੋਬਲਮ ਦਿੱਤੀ, ਮਨ ਨੂੰ ਤਾਂ ਸਾਂਭੇ ਕਿਸੇ ਨੇ ਨਹੀਂ। ਮੇਨ ਗੱਲ ਹੈ ਮਨ ਨੂੰ ਕੰਟਰੋਲ 'ਚ ਕਰੋ। ਅਸੀਂ ਕੀ ਕਰਦੇ ਹਾਂ? ਸਰੀਰ ਨੂੰ ਕੰਟਰੋਲ 'ਚ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਹਿਲਾਂ ਮਨ ਨੂੰ ਤੇ ਕੰਟਰੋਲ 'ਚ ਕਰੋ ਜਿਹੜਾ ਅੰਦਰ ਬੈਠ ਕੇ ਇਸ ਗੱਡੀ ਨੂੰ ਚਲਾ ਰਿਹਾ ਹੈ। ਸਾਰਾ ਕੁਝ ਤਾਂ ਉਹੀ ਕਰਦਾ ਹੈ, ਇਸ ਜੀਵਨ ਨੂੰ ਚਲਾਉਣ ਵਾਲਾ ਤਾਂ ਮਨ ਹੈ। ਜੇ ਉਹ ਕੰਟਰੋਲ 'ਚ ਆ ਗਿਆ ਤੇ ਸਭ ਕੁਝ ਠੀਕ ਹੈ। ਹੁਣ ਸਾਡਾ ਮਨ ਆਪਣੇ ਕੰਟਰੋਲ 'ਚ ਨਹੀਂ। ਆਪਾਂ ਕਹਿੰਦੇ ਆ ਜੀ ਦੇਖੋ ਜੀ ਸਾਡਾ ਸਰੀਰ ਟਿਕਾਊ 'ਚ ਨਹੀਂ। ਦੇਖੋ ਗੁਰਦੁਆਰੇ ਸਾਹਿਬ ਦੇ ਵਿੱਚ ਆਪਾਂ ਜਾਂਦੇ ਹਾਂ ਨਾ, ਬਹੁਤ ਸਾਰੇ ਲੋਕ ਹੁੰਦੇ ਨੇ ਬੜੇ ਆਰਾਮ ਨਾਲ ਬਾਣੀ ਸੁਣ ਰਹੇ ਹੁੰਦੇ, ਪਰ ਤੁਸੀਂ ਜਦੋਂ ਵੇਖਦੇ ਹੋ ਬਹੁਤ ਸਾਰੇ ਐਸੇ ਲੋਕ ਹੁੰਦੇ ਆ ਜਿਹੜੇ ਲੁੱਸ਼ੂ ਕਰ ਰਹੇ ਹੁੰਦੇ ਨੇ, ਉਹ ਟਿਕਦੇ ਨਹੀਂ ਹੈ ਸੰਗਤ ਵਿੱਚ। ਭਲਾ ਕਿਉਂ ਨਹੀਂ ਟਿਕਦੇ? ਉਹਨਾਂ ਨੂੰ ਚੰਗਾ ਹੀ ਨਹੀਂ ਲੱਗਦਾ। ਕਸੂਰ ਉਹਨਾਂ ਦਾ ਨਹੀਂ ਹੈ, ਉਹ ਧੱਕੇ ਨਾਲ ਸਰੀਰ ਨੂੰ ਉੱਥੇ ਬਿਠਾ ਰਹੇ ਨੇ। ਮਸਲਾ ਮਨ ਦਾ ਹੈ। ਜੇ ਮਨ ਨੂੰ ਬਾਣੀ ਦਾ ਪ੍ਰੇਮ ਨਹੀਂ ਜਾਗਿਆ ਤੇ ਭਾਵੇਂ ਉਹ ਅੱਧਾ ਘੰਟਾ ਬੈਠੇ ਰਹਿਣ, ਉਹਨਾਂ ਨੂੰ ਲਾਗ ਨਹੀਂ ਲੱਗਣ ਲੱਗੀ। ਹਾਂ, ਉਹ ਨੁਕਤਾਚੀਨੀਆਂ ਕਰਨਗੇ, ਗਲਤੀਆਂ ਕੱਢਣਗੇ, ਆਸੇ-ਪਾਸੇ ਝਾਕਣਗੇ, ਲੇਕਿਨ ਉਹ ਗੁਰਦੁਆਰੇ ਜੈਸੇ ਆਏ ਜੈਸੇ ਨਾ ਆਏ। ਮਨ ਪਰਦੇਸੀ ਜੇਤੀ ਹੈ, ਸਭ ਦੇਸ਼ ਪਰਾਇਆ। ਸੋ ਜ਼ਰੂਰੀ ਹੈ ਕਿ ਗੁਰਬਾਣੀ ਦੀ ਲਾਗ ਮਨ ਨੂੰ ਲਾਓ। ਜਿਸ ਦਿਨ ਮਨ ਟਿਕ ਗਿਆ, ਸ਼ਰਤ ਹੈ ਕਿ ਉਸ ਦਿਨ ਸਰੀਰ ਨੂੰ ਟਿਕਣ ਲੱਗਿਆਂ ਦੇਰ ਨਹੀਂ ਲੱਗਣੀ। ਜਿਹੜੇ ਕਹਿੰਦੇ ਸਾਨੂੰ ਸਵਾਦ ਨਹੀਂ ਆਉਂਦਾ ਗੁਰਬਾਣੀ ਪੜ੍ਹਦੇ ਆ, ਮਨ ਟਿਕਦਾ ਨਹੀਂ। ਜ਼ਰੂਰੀ ਹੈ ਕਿ ਮਨ ਨੂੰ ਸਮਝ ਨਹੀਂ ਲੱਗ ਰਹੀ ਗੁਰਬਾਣੀ ਦੀ। ਸੁਖਮਨੀ ਸਾਹਿਬ ਨੂੰ ਅਰਥਾਂ ਸਮੇਤ ਪੜ੍ਹਿਓ, ਕਿਉਂ ਨਾ ਟਿਕੇਗਾ? ਮਨ ਅਰਥ ਕਰੇਗਾ, ਨਾਲ ਨਾਲ ਜ਼ੁਬਾਨ ਪੜ੍ਹੇਗੀ, ਮਨ ਅਰਥ ਕਰਨ ਤੇ ਲੱਗਾ ਹੋਏਗਾ। ਮਨ ਜਾਣਾ ਨਹੀਂ ਕਿਸੇ ਪਾਸੇ। ਮਨ ਭੱਜਦਾ ਹੀ ਉਦੋਂ ਹੈ ਜਦੋਂ ਸਾਨੂੰ ਸਮਝ ਨਹੀਂ ਲੱਗ ਰਹੀ ਕਿ ਗੁਰੂ ਕਹਿਣਾ ਕੀ ਚਾਹੁੰਦਾ। ਸੋ ਜ਼ਰੂਰੀ ਹੈ ਕਿ ਮਨ ਦੀ ਮੈਲ ਤਨ ਧੋਇਆ ਨਹੀਂ ਜਾਣੀ, ਤਨ ਨੂੰ ਧੋਤਿਆਂ ਨਹੀਂ ਜਾਣੀ। ਮਨ ਦੀ ਮੈਲ ਤਨ ਨੂੰ ਧੋਤਿਆਂ ਨਹੀਂ ਖਤਮ ਹੋਣੀ। ਉਦੋਂ ਖਤਮ ਹੋਣੀ ਹੈ ਜਦੋਂ ਬਾਣੀ ਦਾ ਸਾਬਣ ਰਗੜ ਰਗੜ ਕੇ ਇਹਨੂੰ ਸਾਫ਼ ਕਰੋਗੇ। ਅੱਗੇ ਸਤਿਗੁਰ ਕਹਿੰਦੇ ਨੇ ਮਨ ਤੇ ਕਬਹੂ ਨਾ ਵਿਖਿਆ ਟਰੈ। ਹੁਣ ਸਰੀਰ ਨੂੰ ਜਿੰਨਾ ਮਰਜ਼ੀ ਸਾਧਨ ਦੀ ਬੰਦਾ ਕੋਈ ਕੋਸ਼ਿਸ਼ ਕਰੇ ਨਾ, ਜੇ ਮਨ ਨਹੀਂ ਸਾਧਿਆ ਤਾਂ, ਤੇ ਬਾਪੂ ਜੀ ਕਹਿੰਦੇ ਨੇ ਇਸ ਤਰੀਕੇ ਨਾਲ ਮਾਇਆ ਦਾ ਪ੍ਰਭਾਵ, ਭਾਵ ਵਿਕਾਰਾਂ ਦਾ ਪ੍ਰਭਾਵ, ਮਾੜੀ ਸੋਚ ਮਨ ਤੋਂ ਕਦੇ ਖਤਮ ਨਹੀਂ ਹੁੰਦੀ। ਮਨ ਕਦੇ ਸਿੱਧਾ ਨਹੀਂ ਹੁੰਦਾ ਹੈ। ਜਲ ਧੋਵੈ ਬਹੁ ਦੇ ਅਨੀਤ। ਕੋਈ ਇਨਸਾਨ ਇਸ ਤਨ ਨੂੰ, ਅਨੀਤ ਦਾ ਮਤਲਬ ਹੈ ਜਿਹੜਾ ਸਰੀਰ ਸਦਾ ਨਹੀਂ ਰਹਿਣਾ,
ਜੇਕਰ ਕੋਈ ਇਸ ਸਰੀਰ ਨੂੰ ਜਿੰਨੇ ਕਿ ਸਦਾ ਨਹੀਂ ਰਹਿਣਾ, ਜਿੰਨਾ ਮਰਜੀ ਧਾਰਮਿਕ ਸਥਾਨਾਂ ਤੇ ਇਸ਼ਨਾਨ ਕਰਾਉਂਦਾ ਫਿਰੇ, ਸ਼ੁੱਧ ਕਹਾਂ ਹੋਏ, ਪਵਿੱਤਰ ਕਿੱਦਾਂ ਹੋਏਗਾ? ਕਾਚੀ ਭੀਤ, ਇਹ ਕੱਚੀ ਕੰਧ ਵਰਗਾ ਸਰੀਰ ਕਿੱਦਾਂ ਸਾਫ਼ ਹੋਏਗਾ? ਕੱਚੀਆਂ ਕੰਧਾਂ ਤੇ ਜਿੰਨਾ ਮਰਜੀ ਪਾਣੀ ਮਾਰੀ ਜਾਓ ਉਹ ਸਾਫ਼ ਨਹੀਂ ਹੁੰਦੀਆਂ। ਗਾਰ ਨਿਕਲੀ ਆਉਣੀ, ਨਿਕਲੀ ਆਉਣੀ, ਨਿਕਲੀ ਆਉਣੀ ਹੈ। ਮਿੱਟੀ ਤਾਂ ਨਿਕਲੀ ਆਉਣੀ ਹੈ, ਕਿਉਂਕਿ ਪੱਕੀ ਨਹੀਂ ਨਾ ਜੇ ਕੰਧ ਹੋਈ। ਇਹ ਸਰੀਰ ਵੀ ਕੱਚੀ ਕੰਧ ਵਰਗਾ ਹੈ, ਜਿੰਨਾ ਮਰਜੀ ਪਾਣੀ ਰੋੜੀ ਜਾਓ ਇੱਥੇ, ਇਹ ਗੰਦ ਨਿਕਲੀ ਆਉਣਾ ਇਹਦੇ ਵਿੱਚੋਂ। ਗੰਦਗੀ ਹੀ ਹੈ ਸਰੀਰ। ਰੋਜ਼ਾਨਾ ਧੋਨੇ, ਕਿਉਂ ਧੋਨੇ ਆਪਾਂ? ਬਾਰ-ਬਾਰ ਸਾਫ਼ ਕਰਦੇ ਹਾਂ, ਗੰਦ ਹੈ ਨਿਰਾ ਹੀ। ਮਸਲਾ ਮਨ ਦਾ ਹੈ। ਮਨ ਟਿਕ ਗਿਆ, ਮਨ ਟਿਕਾਓ 'ਚ ਆ ਗਿਆ, ਸਭ ਠੀਕ ਹੈ। ਮਨ ਟਿਕਾਓ 'ਚ ਨਹੀਂ ਆਇਆ, ਜਿੰਨਾ ਮਰਜੀ ਧੋ ਲਓ ਧਾਰਮਿਕ ਸਥਾਨਾਂ ਤੇ, ਗੁੱਸਾ ਨਾ ਕਰਿਓ। ਜਿੰਨਾ ਮਰਜੀ ਅੰਮ੍ਰਿਤਸਰ ਸਰੋਵਰ 'ਚ ਨਹਾ ਲਓ, ਗੋਇੰਦਵਾਲ ਦੀ ਬੌਲੀ 'ਚ ਨਹਾ ਲਓ, ਜਿੰਨਾ ਮਰਜੀ ਸੰਤੋਖਸਰ ਸਰੋਵਰ 'ਚ ਨਹਾ ਲਓ, ਜਿੱਥੇ ਮਰਜੀ ਚਲੇ ਜਾਓ। ਸ਼ਰਤ ਹੈ ਇਸ ਗੱਲ ਦੀ, ਗੱਲ ਨਹੀਂ ਬਣਨੀ ਜਦੋਂ ਤੱਕ ਤੁਸੀਂ ਸਰੋਵਰ ਦੇ ਵਿੱਚ ਬਣੇ ਗੁਰਦੁਆਰੇ ਵਿੱਚ ਨਹੀਂ ਜਾਂਦੇ। ਉੱਥੇ ਜਾ ਕੇ ਮਨ ਨੂੰ ਟਿਕਾਉਣ ਵਾਲੀ ਬਾਣੀ ਨੂੰ ਨਹੀਂ ਸੁਣਦੇ ਤੇ ਆਪਣੇ ਪੱਲੇ ਨਹੀਂ ਬਣਦੇ। ਨਹਾਤਾ ਪ੍ਰਮਾਣ ਨਹੀਂ ਹੋਣਾ। ਪ੍ਰਮਾਣ ਉਦੋਂ ਹੀ ਹੋਵੋਗੇ ਜਦੋਂ ਪੱਲੇ ਪਏਗੀ ਗੁਰਬਾਣੀ। ਬਾਪੂ ਜੀ ਕਹਿੰਦੇ ਨੇ, ਮਨ ਹਰ ਕੇ ਨਾਮ ਕੀ ਮਹਿਮਾ ਊਚ ਮਨਾ। ਪਰਮਾਤਮਾ ਦੇ ਨਾਮ ਦੀ ਮਹਿਮਾ ਬਹੁਤ ਮਹਾਨ ਹੈ, ਬੜੀ ਉੱਚੀ ਹੈ। ਨਾਨਕ, ਹੇ ਨਾਨਕ, ਨਾਮ ਉਧਰੇ ਪਤਤ ਬਹੁ ਮੂਚ। ਇੰਨੀ ਕੁ ਬਖਸ਼ਿਸ਼ ਹੈ ਨਾਮ ਦੀ ਕਿ ਜਿਨ੍ਹਾਂ ਦੇ ਜੀਵਨ ਦੇ ਵਿੱਚ ਇਹ ਵਸ ਜਾਂਦਾ ਹੈ, ਨਾਮ ਦੀ ਬਰਕਤ ਨਾਲ ਇੱਕ ਨਹੀਂ ਅਣਗਿਣਤ ਮੰਦ ਕਰਮੀ ਜੀਵ ਵਿਕਾਰਾਂ ਤੋਂ ਬਚ ਜਾਂਦੇ ਨੇ। ਕਰੋੜਾਂ ਹੀ ਲੋਕਾਂ ਦਾ ਉਧਾਰ ਹੋ ਜਾਂਦਾ ਹੈ। ਮਾੜੇ ਤੋਂ ਮਾੜਾ ਜੀਵਨ ਵਾਲਾ ਬੰਦਾ ਵੀ ਤਰ ਜਾਂਦਾ ਹੈ। ਹੁਣ ਅਖੀਰ ਜੀ ਗੱਲ ਸਮਝ ਲੱਗ ਗਈ ਕਿ ਸਾਰੇ ਕਰਮ ਕਾਂਡ ਕਰਕੇ ਦੇਖ ਲਓ, ਗੱਲ ਤਾਂ ਭਲਿਓ ਉਦੋਂ ਹੀ ਬਣਨੀ ਜਦੋਂ ਮਨ ਨੂੰ ਨਿਭਾਓਗੇ ਰੱਬੀ ਗੁਣਾਂ ਨਾਲ, ਰੱਬ ਦੇ ਨਾਮ ਨਾਲ, ਉਹਦੇ ਭਾਣੇ 'ਚ ਰਹਿ ਕੇ। ਤੀਰਥ ਨਾਵਣ ਜਾਊਂ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ, ਤੀਰਥ 10 ਪੁਰਬ ਸਦਾ ਦਸਹਰਾ। ਹਉ ਨਾਮ ਹਰ ਕਾ ਸਦਾ ਜਾਪੂ। ਕਿਹਦਾ ਨਾਮ ਜਪਦਾ? ਪਰਮਾਤਮਾ ਦਾ। ਦੇਹ ਪ੍ਰਭ ਧਰਣੀ ਧਰਾ, ਸੰਸਾਰ ਰੋਗੀ ਨਾਮ ਦਾਰੂ। ਮੈਲ ਲੱਗੈ ਸੱਚ ਬਿਨਾ। ਹੁਣ ਪੱਲੇ ਬੰਨਿਓ ਕਿ ਸੱਚ ਤੋਂ ਬਗੈਰ ਮਨ ਮੈਲਾ ਹੈ, ਤੇ ਹੁਣ ਮਨ ਦੀ ਮੈਲ ਤਨ ਨੂੰ ਧਵਾਇਆ ਨਹੀਂ ਖਤਮ ਹੁੰਦੀ। ਜੇ ਗੱਲ ਪੱਲੇ ਵੱਜ ਗਈ ਤੇ ਸਾਡਾ ਆਉਣ ਜਾਣ ਮੁੱਕ ਜਾਏਗਾ। ਅਸੀਂ ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ, ਗੁਰੂ ਗ੍ਰੰਥ ਸਾਹਿਬ ਦੇ ਪਾਵਨ ਚਰਨਾਂ ਵਿੱਚ ਪ੍ਰਵਾਨ ਚੜ੍ਹ ਜਾਵਾਂਗੇ। ਮੈਂ ਆਸ ਕਰਦਾ ਅੱਜ ਦੀ ਵਿਚਾਰ ਪੱਲੇ ਪਈ ਹੋਵੇਗੀ। ਜੇ ਪੱਲੇ ਪਈ ਹੈ ਤੇ ਗੱਜ ਕੇ ਆਖੋ, ਧੰਨ ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ। ਗੁਰੂ ਅਰਜਨ ਸਾਹਿਬ ਦਾ ਧੰਨਵਾਦ ਕਰੋ ਜਿਨ੍ਹਾਂ ਨੇ ਸਿੱਖਿਆਵਾਂ ਨਾਲ ਸਾਨੂੰ ਨਵਾਜਿਆ। ਇਤਨੀਆਂ ਬੇਨਤੀਆਂ ਸਵੀਕਾਰ ਕਰਨੀਆਂ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।